ਸੁਮੇਧ ਸੈਣੀ ਦੇ ਕੇਸ ਦੀ ਸੁਣਵਾਈ ਦੇ ਦੌਰਾਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਚਤੰਤਰ ਦੀ ਕਹਾਣੀ ਸੁਣਾਈ। ਕੋਰਟ ਨੇ ਕਿਹਾ ਕਿ ਇੱਕ ਬਾਂਦਰ ਇੱਕ ਪਿੰਡ 'ਚ ਘੁਸਪੈਠ ਕਰ ਦਿੰਦਾ ਹੈ, ਪਿੰਡ ਦੇ ਸਾਰੇ ਬੁੱਢੇ ਨੌਜਵਾਨ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਬਾਂਦਰ ਇੱਕ ਉੱਚੇ ਦਰਖਤ ਤੇ ਚੜ ਜਾਂਦਾ ਹੈ। ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਾਰੇ ਉਸ ਦੇ ਪਿੱਛੇ ਕਿਉਂ ਪਏ ਹੋਏ ਨੇ। ਇਸ ਦੌਰਾਨ ਪਿੰਡ ਦਾ ਸਰਪੰਚ ਉੱਥੇ ਆਪਣੀ ਛੜੀ ਲੈ ਕੇ ਆ ਜਾਂਦਾ ਹੈ, ਭੀੜ ਨੂੰ ਦੇਖਦਾ ਹੈ ਤੇ ਘਟਨਾ ਬਾਰੇ ਪੁੱਛਦਾ ਹੈ। ਭੀੜ 'ਚੋਂ ਇੱਕ ਵਿਅਕਤੀ ਅੱਗੇ ਆਉਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਲੰਬੜਦਾਰ ਹਾਂ, ਰਾਜਾ ਨੇ ਮੈਨੂੰ ਆਪਣਾ ਨੁਮਾਇੰਦਾ ਨਿਯੁਕਤ ਕੀਤਾ ਹੈ ਤੇ ਇਸ ਬਾਂਦਰ ਨੂੰ ਪਿੰਡ ਤੋਂ ਬਾਹਰ ਕੱਢਣ ਲਈ ਕਿਹਾ। ਪੁੱਛਦਾ ਹੈ ਤੁਸੀਂ ਬਾਂਦਰ ਨੂੰ ਪਿੰਡ ਚੋਂ ਬਾਹਰ ਕਿਉਂ ਕੱਢਣਾ ਚਾਹੁੰਦੇ ਹੋ? ਲੰਬੜਦਾਰ ਜਵਾਬ ਦਿੰਦਾ ਹੈ ਮੈਂ ਰਾਜਾ ਦਾ ਨੁਮਾਇੰਦਾ ਹਾਂ ਤੇ ਤੇਰਾ ਇਹ ਪੁੱਛਣ ਦਾ ਮਤਲਬ ਨਹੀਂ ਬਣਦਾ। ਤਾਂ ਉਹ ਫਿਰ ਪੁੱਛਦਾ ਹੈ ਕਿ ਕੀ ਤੁਸੀਂ ਸਾਰੇ ਇੱਕ ਪਾਸੇ ਹੋ? ਸਾਰੀ ਭੀੜ ਕਹਿੰਦੀ ਹੈ ਹਾਂ। ਸਰਪੰਚ ਫਿਰ ਪੁੱਛਦਾ ਹੈ ਬਾਂਦਰ ਵਾਲੀ ਸਾਈਡ ਕੌਣ ਹੈ? ਤਾਂ ਉੱਥੇ ਚੁੱਪ ਪਸਰ ਜਾਂਦੀ ਹੈ। ਲੰਬੜਦਾਰ ਕਹਿੰਦਾ ਹੈ ਕਿ ਤੁਸੀਂ ਉਮੀਦ ਕਰਦੇ ਹੋ ਕਿ ਬਾਂਦਰ ਵੱਲ ਕੋਈ ਹੋਏਗਾ? ਸਰਪੰਚ ਹੱਸਦਾ ਹੈ, ਆਪਣੀ ਛੜੀ ਉੱਪਰ ਚੁੱਕਦਾ ਹੈ ਤੇ ਕਹਿੰਦਾ ਹੈ ਇਹ ਬੇਇਨਸਾਫੀ ਹੈ, ਮੈਂ ਬਾਂਦਰ ਵੱਲ ਹਾਂ ਤੇ ਤੁਹਾਨੂੰ ਇਸ ਨੂੰ ਭਜਾਉਣ ਦੀ ਇਜਾਜ਼ਤ ਨਹੀਂ ਦੇਵਾਂਗਾ ਜਦੋਂ ਤੱਕ ਤੁਸੀਂ ਇਸ ਨੂੰ ਭਜਾਉਣ ਦਾ ਕੋਈ ਢੁਕਵਾਂ ਕਾਰਨ ਨਹੀਂ ਦੱਸਦੇ। ਕਿਹਾ ਕਿ ਇਹ ਹੀ ਨਿਆਂ ਵਿਵਸਥਾ ਹੈ, ਨਿਆਂ ਤੱਕ ਪਹੁੰਚਣ ਲਈ ਸਾਰਿਆਂ ਦਾ ਪੱਖ ਸੁਣਨਾ ਜ਼ਰੂਰੀ ਹੈ। ਤਾਂ ਸਾਡੇ ਨਾਲ ਇਸ ਵੇਲੇ ਕਾਂਗਰਸ ਵਿਧਾਇਕ ਕੁਲਦੀਪ ਵੈਦ ਜੁੜੇ ਹੋਏ ਨੇ। ਵੈਦ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਇੱਕ ਤਾਂ ਇਹ ਹੈ ਕਿ ਹਾਈ ਕੋਰਟ ਨੇ ਗ੍ਰਿਫਤਾਰੀ ਤੇ ਰੋਕ ਲਾਈ ਹੈ, ਸੁਮੇਧ ਸੈਣੀ ਦੀ ਅਗਲੀਆਂ ਚੋਣਾਂ ਤੱਕ ਕੋਈ ਗ੍ਰਿਫਤਾਰੀ ਨਹੀਂ ਹੋ ਸਕਦੀ, ਸਰਕਾਰ ਦੇ ਕਮਿਸ਼ਨ ਵੱਲੋਂ ਕੋਈ ਜਾਂਚ ਨਹੀਂ ਹੋ ਸਕਦੀ। ਕਹਿ ਰਹੇ ਨੇ ਕਿ ਸਿਆਸਤ ਹੋ ਸਕਦੀ ਹੈ ਇਹਨਾਂ ਕੇਸਿਸ ਦੇ ਪਿੱਛੇ, ਕੋਈ ਵੀ ਨਵੇਂ ਕੇਸ ਦੇ ਵਿੱਚ ਵੀ ਗ੍ਰਿਫਤਾਰੀ ਨਹੀਂ ਹੋ ਸਕਦੀ। ਸਿਰਫ ਜਿਹੜਾ ਬਲਵੰਤ ਮੁਲਤਾਨੀ ਵਾਲਾ ਕੇਸ ਹੈ ਉਸ ਨੂੰ ਛੱਡ ਕੇ ਬਾਕੀ ਕੇਸਿਸ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋ ਸਕਦੀ। ਉਹ ਕੇਸ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ। ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਨਰੇਬਲ ਹਾਈ ਕੋਰਟ ਦੇ ਹਰ ਡਿਸੀਜਨ ਦੀ, ਜੁਡੀਸ਼ਰੀ ਦੇ ਡਿਸੀਜਨ ਦੀ ਕਦਰ ਕਰਦੇ ਹਾਂ। ਸਾਰੇ ਹਿੰਦੁਸਤਾਨੀ ਇਸ ਗੱਲ ਨੂੰ ਮੰਨਦੇ ਆ ਜੀ। ਲੇਕਿਨ ਇਹੋ ਜਿਹੇ ਜਿਹੜਾ ਹਾਈ ਪ੍ਰੋਫਾਈਲ ਕੇਸ ਸੀ ਉਹਨੂੰ ਬਲੈਂਕਟ ਬੇਲ ਦੇਣਾ ਕਿ ਵੀ ਇਹ ਜੀ ਅਗਲੀ ਇਲੈਕਸ਼ਨ ਤੱਕ ਨਹੀਂ, ਫਿਰ ਕਾਂਗਰਸ ਦੀ ਸਰਕਾਰ ਫਿਰ ਬਣ ਜਾਏਗੀ, ਫਿਰ ਇਹੋ ਜਿਹਾ ਕੋਈ ਹੋਰ ਫੈਸਲਾ ਆ ਜਾਏਗਾ, ਇਹ ਗੱਲਾਂ ਸਾਡੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਡਾਈਜੈਸਟ ਨਹੀਂ ਹੁੰਦੀਆਂ। ਜੀ, ਕੋਰਟ ਨੇ ਵਿਊ ਲਿਆ, ਠੀਕ ਹੈ, ਅਸੀਂ ਉਹਦੀ ਆਨਰੇਬਲ ਕੋਰਟ ਨੇ ਜੋ ਡਿਸੀਜਨ ਲਿਆ ਮੰਨਦੇ ਆ, ਪਰ ਡਾਈਜੈਸਟ ਨਹੀਂ ਹੋ ਰਿਹਾ। ਇਹਦੀ ਚਾਹੀਦਾ ਤਾਂ ਸੀ ਇਹਦਾ ਡਿਸੀਜਨ ਕੋਈ ਹੋਰ ਬਣਨਾ। ਆਮ ਨਾਟ ਜੱਜ ਸਾਹਿਬ ਨੇ ਤਾਂ ਜੋ ਫੈਸਲਾ ਸੁਣਾਉਣਾ ਸੀ ਸੁਣਾਤਾ, ਬਟ ਇਹ ਗੱਲਾਂ ਸਾਡੇ ਨਹੀਂ ਡਾਈਜੈਸਟ ਹੋ ਰਹੀਆਂ ਕਿ ਯਾਰ ਉਹਨੂੰ ਅਗਲੀ ਉਹਦੇ ਤੱਕ ਬੇਲ ਦੇ ਦੇਣੀ। ਇੱਕ ਬੰਦੇ ਦੇ ਖਿਲਾਫ FIR ਹੋਈ ਹੈ, ਸਾਰਾ ਕੁਝ ਹੋਇਆ, ਜਾਂ ਤਾਂ ਸਾਰੀਆਂ ਅਦਾਲਤਾਂ ਇਹ ਫੈਸਲਾ ਕਰ ਦੇਣ ਬਈ ਜਿੰਨੀ ਦੇਰ ਤੱਕ ਇਲੈਕਸ਼ਨ ਨਹੀਂ ਹੁੰਦੀ, ਜਿੰਨੇ ਹੋਰ ਵੀ ਕੇਸਿਸ FIR ਦਰਜ ਨੇ ਉਹਨਾਂ ਵਿੱਚ ਵੀ ਕੋਈ ਕਾਰਵਾਈ ਨਾ ਕਰੋ, ਅਗਲੀ ਸਰਕਾਰ ਦੇਖ ਲੇਗੀ, ਫਿਰ ਉਸ ਤੋਂ ਅਗਲੀ ਸਰਕਾਰ ਦੇਖ ਲੇਗੀ ਜੀ। ਇਹ ਸਿਸਟਮ ਨਹੀਂ ਠੀਕ ਲੱਗਿਆ। ਮੈਂ ਕ੍ਰਿਟਿਸਿਜ਼ਮ ਚ ਨਹੀਂ ਪੈ ਸਕਦਾ ਕਿਉਂਕਿ ਅਸੀਂ ਆਨਰੇਬਲ ਹਾਈ ਕੋਰਟ ਦੇ ਜਿਹੜੀ ਵੀ ਜੱਜਮੈਂਟ ਆ ਉਹਨੂੰ ਐਜ਼ ਇਟ ਇਜ਼ ਮੰਨਦੇ ਆ। ਵੈਦ ਜੀ, ਇਸ ਜੱਜਮੈਂਟ ਨੂੰ ਕਿਵੇਂ ਦੇਖਦੇ ਹੋ? ਅਗਰ ਤੁਸੀਂ ਜੱਜਮੈਂਟ ਪੜ੍ਹੀ ਹੋਏ ਤਾਂ ਪੰਚਤੰਤਰ ਦੀ ਕਹਾਣੀ ਵੀ ਸੁਣਾਈ ਗਈ ਹੈ। ਇਸ ਪੂਰੀ ਜਿਹੜਾ ਫੈਸਲਾ ਆਇਆ ਜਿਹੜਾ ਕੋਰਟ ਦਾ, ਉਸ ਦੇ ਵਿੱਚ ਜੇ ਉਸ ਦੀ ਜਿਸਟ ਦੇਖੀਏ ਤਾਂ ਇਹ ਹੈ ਕਿ ਨਿਆਂ ਪ੍ਰਣਾਲੀ ਦਾ ਉਹਨਾਂ ਨੇ ਕਿਹਾ ਪੰਚਤੰਤਰ ਦੀ ਕਹਾਣੀ ਸੁਣਾ ਕੇ ਕਿ ਜਦ ਤੱਕ ਸਾਰੇ ਪੱਖ ਨਹੀਂ ਸੁਣ ਲਏ ਜਾਂਦੇ ਇਹਨਾਂ ਦੇ ਕੇਸਿਸ ਦੇ ਵਿੱਚ, ਚਾਹੇ ਉਹ ਸੁਮੇਧ ਸਿੰਘ ਸੈਣੀ ਦਾ ਹੋਏ ਜਾਂ ਕੋਈ ਵੀ ਕੇਸਿਸ ਹੋਏ, ਨਿਆਂ ਤੱਕ ਪਹੁੰਚਣਾ ਸਾਰਿਆਂ ਦਾ ਪੱਖ ਸੁਣ ਕੇ ਹੀ ਨਿਆਂ ਤੱਕ ਪਹੁੰਚਿਆ ਜਾ ਸਕਦਾ ਹੈ। ਤੇ ਇੱਕ ਤਰੀਕੇ ਦੇ ਨਾਲ ਇਹ ਵੀ ਕਿਹਾ ਕਿ ਢੁਕਵਾਂ ਕਾਰਨ ਜਦ ਤੱਕ ਨਹੀਂ ਮਿਲਦਾ, ਜਦ ਤੱਕ ਢੁਕਵਾਂ ਕਾਰਨ ਨਹੀਂ ਦੱਸਿਆ ਜਾਂਦਾ ਤਾਂ ਸੁਮੇਧ ਸਿੰਘ ਸੈਣੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਇੱਕ ਤਰੀਕੇ ਨਾਲ ਇਹ ਕਿਹਾ ਗਿਆ। ਬੇਨਤੀ ਇਹ ਕਰਨੀ ਚਾਹੁੰਦਾ, ਫਿਰ ਮਾਨਯੋਗ ਅਦਾਲਤਾਂ ਨੂੰ ਇਹ ਵੀ ਫੈਸਲੇ ਕਰ ਦੇਣੇ ਚਾਹੀਦੇ ਆ ਬਈ ਟਿਲ ਇਲੈਕਸ਼ਨ ਜਿਹੜੇ ਆ 5-6 ਕੇਸ ਆ, ਕੋਈ FIR ਨਹੀਂ ਦਰਜ ਹੋਏਗੀ, ਕੋਈ ਕ੍ਰਾਈਮ ਨੂੰ ਕੁਝ ਨਹੀਂ ਹੋਏਗਾ, ਇਹ ਵੀ ਕਰ ਦੇਣਾ ਚਾਹੀਦਾ ਫੈਸਲਾ ਸਾਡੇ ਮਾਨਯੋਗ ਅਦਾਲਤਾਂ ਨੂੰ। ਇਹ ਤਾਂ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਵੀ ਇਹ ਡਾਈਜੈਸਟ ਨਹੀਂ ਹੁੰਦਾ। ਇੱਧਰ ਫੈਸਲਾ ਮੇਰੇ ਤਾਂ ਨਹੀਂ ਜੀ ਡਾਈਜੈਸਟ ਹੁੰਦਾ ਹੈਗਾ। ਵੈਦ ਸਾਹਿਬ, ਇਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਕਮੈਂਟ ਇਹ ਵੀ ਆਇਆ ਹਾਈ ਕੋਰਟ ਦਾ ਕਿ ਜਿਹੜਾ ਇੱਕ ਤੋਂ ਬਾਅਦ ਇੱਕ ਕੇਸ ਪੈ ਰਹੇ ਨੇ ਉਹ ਸਿਆਸਤ ਤੋਂ ਪ੍ਰੇਰਿਤ ਹੋ ਸਕਦੇ ਨੇ, ਕਿਉਂਕਿ ਜਦ ਗ੍ਰਿਫਤਾਰੀ ਹੋਈ ਸੀ ਪਿਛਲੇ ਦਿਨੀ, ਤੁਸੀਂ ਵੀ ਦੇਖਿਆ ਹੋਵੇਗਾ ਕਿ ਇੱਕ ਨਵੀਂ FIR ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ, ਫਿਰ ਹਾਈ ਕੋਰਟ ਉਸ ਗ੍ਰਿਫਤਾਰੀ ਨੂੰ ਰੱਦ ਕਰ ਦਿੰਦੀ ਹੈ। ਕਿਵੇਂ ਦੇਖਦੇ ਹੋ ਕਿ ਇੱਕ ਵਾਰ ਫਿਰ ਹਾਈ ਕੋਰਟ ਨੇ ਬਲੈਂਕਟ ਸੁਰੱਖਿਆ ਪ੍ਰਦਾਨ ਕੀਤੀ? ਆਨਰੇਬਲ ਹਾਈ ਕੋਰਟ ਕੋਲੇ ਦੇਖੋ ਪਾਵਰਸ ਹੈ, ਉਹਨਾਂ ਨੇ ਨਿਆਂ ਪ੍ਰਣਾਲੀ ਵੇਖਣੀ ਹੈ, ਬਟ ਕੁਝ ਐਸੇ ਮਸਲੇ ਨੇ ਜਿਹਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ। ਸਲਮਾਨ ਖਾਨ ਵਾਲਾ ਕੇਸ ਵੇਖ ਲਓ, ਆਪਣਾ ਰਿਪਬਲਿਕ TV ਵਾਲਾ ਕੇਸ ਵੇਖ ਲਓ, ਉਹਦੇ ਤੇ ਬੜੇ ਲੋਕਾਂ ਨੇ ਸ਼ੰਕੇ ਜ਼ਾਹਰ ਕੀਤੇ ਨੇ, ਬੜੇ ਵੱਡੇ ਵਕੀਲਾਂ ਨੇ ਟਿੱਪਣੀਆਂ ਕੀਤੀਆਂ ਨੇ ਕਿ ਜਿਹੜੇ ਬਹੁਤ ਹਾਈ ਪ੍ਰੋਫਾਈਲ ਕੇਸ ਆ ਉਹਨਾਂ ਦੇ ਡਿਸੀਜਨ ਕੁਝ ਹੋਰ ਰਹਿ ਜਾਂਦੇ ਆ, ਆਮ ਬੰਦਿਆਂ ਦੇ ਡਿਸੀਜਨ ਕੁਝ ਹੋਰ ਹੋ ਜਾਂਦੇ ਆ। ਇਹ ਗੱਲਾਂ ਡਾਈਜੈਸਟ ਹੋ ਨਹੀਂ ਰਹੀਆਂ।
ਲੇਕਿਨ ਵੈਦ ਸਾਹਿਬ ਉਹੀ ਪੰਚਤੰਤਰ ਦੀ ਕਹਾਣੀ 'ਚ ਹਾਈ ਕੋਰਟ ਕਹਿ ਰਿਹਾ ਹੈ ਕਿ ਸਾਰਾ ਪਿੰਡ ਇੱਕ ਪਾਸੇ ਤੇ ਸਰਪੰਚ ਕਹਿੰਦਾ ਹੈ ਕਿ ਮੈਂ ਇਸ ਬੰਦੇ ਦੇ ਪਾਸੇ ਖੜਾਂਗਾ, ਇਸ ਬੰਦੇ ਨੂੰ ਸਜ਼ਾ ਉਦੋਂ ਤੱਕ ਨਹੀਂ ਦਿੱਤੀ ਜਾ ਸਕਦੀ ਜਦ ਤੱਕ ਸਾਰੇ ਪੱਖ ਨਹੀਂ ਸੁਣ ਲਏ ਜਾਂਦੇ। ਮਤਲਬ ਉਹ ਤੁਸੀਂ ਹੋ ਸਕਦਾ ਕਹਾਣੀ ਵੈਸੇ ਪੜ੍ਹੀ ਹੋਏ, ਮੈਨੂੰ ਨਹੀਂ ਪਤਾ ਕਿ ਤੁਸੀਂ ਜੱਜਮੈਂਟ ਪੜ੍ਹੀ ਹੈ ਜਾਂ ਨਹੀਂ, ਲੇਕਿਨ ਉਹ ਇਹੀ ਦੱਸ ਰਿਹਾ ਕਿ ਸਾਰਾ ਪਿੰਡ ਇੱਕ ਪਾਸੇ ਕਹਿੰਦਾ ਹੈ ਕਿ ਇਸ ਬੰਦੇ ਨੂੰ ਪਿੰਡ ਦੇ ਵਿੱਚੋਂ ਕੱਢ ਦਿਓ, ਲੇਕਿਨ ਸਰਪੰਚ ਕਹਿੰਦਾ ਹੈ ਕਿ ਜਦ ਤੱਕ ਢੁਕਵਾਂ ਕਾਰਨ ਨਹੀਂ ਦੱਸਦੇ ਉਦੋਂ ਤੱਕ ਅਸੀਂ ਪਿੰਡ ਚੋਂ ਨਹੀਂ ਭਜਾ ਸਕਦੇ। ਬੀਬਾ ਜੀ ਮੈਂ ਤਾਂ ਤੁਹਾਨੂੰ ਬੜਾ ਸਪਸ਼ਟ ਸ਼ਬਦਾਂ ਵਿੱਚ ਕਹਿਤਾ, ਕੁਝ ਐਸੇ ਹੁਕਮ ਨੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚੋਂ ਥੱਲੇ ਨਹੀਂ ਉਤਰਦੇ ਜੀ। ਅਸੀਂ ਮਾਨਯੋਗ ਹਾਈ ਕੋਰਟ ਜਾਂ ਆਨਰੇਬਲ ਸੁਪਰੀਮ ਕੋਰਟ ਦੀ ਕਿਸੇ ਵੀ ਜੱਜਮੈਂਟ ਤੇ ਕਿੰਤੂ ਪਰੰਤੂ ਨਹੀਂ ਕਰਦੇ, ਬਟ ਇੰਨਾ ਕੁ ਜ਼ਰੂਰ ਹੱਕ ਹਿੰਦੁਸਤਾਨ ਦੇ ਲੋਕਾਂ ਨੂੰ ਆ ਕਿ ਜਦੋਂ ਕੋਈ ਇਹੋ ਜਿਹੀ ਜੱਜਮੈਂਟ ਆਉਂਦੀ ਆ ਉਹਦੀ ਵਿਆਖਿਆ ਤਾਂ ਜ਼ਰੂਰ ਹੋ ਜਾਂਦੀ ਹੈ। ਜੀ ਜੀ ਜੀ, ਸ਼ੁਕਰੀਆ ਵੈਦ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਤਾਂ ਹਾਈ ਕੋਰਟ ਦੇ ਵੱਲੋਂ ਬਲੈਂਕਟ ਸੁਰੱਖਿਆ ਦਿੱਤੀ ਗਈ ਹੈ ਸੁਮੇਧ ਸਿੰਘ ਸੈਣੀ ਨੂੰ ਅਗਲੀਆਂ ਚੋਣਾਂ ਤੱਕ, ਫਰਵਰੀ 2022 ਤੱਕ, ਕਿ ਕਿਸੇ ਵੀ ਪੁਰਾਣੇ ਜਾਂ ਨਵੇਂ ਕੇਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਤੇ ਸਰਕਾਰ ਦੇ ਵੱਲੋਂ ਕਿਸੇ ਮਾਮਲੇ ਦੇ ਵਿੱਚ ਜਿਹੜਾ ਵੀ ਕੋਈ ਕਮਿਸ਼ਨ ਬਣਾਇਆ ਗਿਆ ਉਸ ਦੇ ਵੱਲੋਂ ਜਾਂਚ ਵੀ ਨਹੀਂ ਹੋ ਸਕਦੀ। ਸਿਰਫ ਬਲਵੰਤ ਮੁਲਤਾਨੀ ਵਾਲਾ ਜਿਹੜਾ ਕੇਸ ਹੈ, ਕਿਉਂਕਿ ਉਹ ਸੁਪਰੀਮ ਕੋਰਟ ਦੇ ਵਿੱਚ ਹੈ, ਉਸ ਨੂੰ ਛੱਡ ਕੇ ਬਾਕੀ ਸਾਰੇ ਕੇਸਿਸ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋ ਸਕਦੀ, ਕੋਈ ਜਾਂਚ ਨਹੀਂ ਹੋ ਸਕਦੀ। ਇੱਕ ਵੱਡੀ ਰਾਹਤ ਹੈ ਜਿਹੜੀ ਉਹ ਦਿੱਤੀ ਗਈ ਹੈ। ਹਾਲਾਂਕਿ ਕੁਲਦੀਪ ਵੈਦ ਜੀ ਕਾਂਗਰਸ ਤੋਂ ਜੁੜੇ ਸਨ, ਉਹ ਕਹਿ ਰਹੇ ਸਨ ਕਿ ਫੈਸਲਾ ਇਸ ਫੈਸਲੇ ਨੂੰ ਮੰਨਣਾ ਇੱਕ ਤਰੀਕੇ ਦੇ ਨਾਲ ਔਖਾ ਲੱਗ ਰਿਹਾ ਹੈ। ਜੇ ਇਹ ਗੱਲ ਕਰੀਏ ਕਿ ਇਸ ਨੂੰ ਸਵੈਲੋ ਕਰਨਾ